ਸਰਬ ਕਲਾ ਭਰਪੂਰ ਜਾਗਤ ਜੋਤ। ਬਾਣੀ ਗੁਰੂ, ਗੁਰੂ ਹੈ ਬਾਣੀ। ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ। ਬਿਨ ਸ਼ਬਦੇ ਜਗ ਬੋਰਨ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰਸੀ ਨ ਉਚਰੀ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੇ ਧਾਏ। ਸਭ ਥਾਈਂ ਹੋਏ ਸਹਾਏ। ਐਸੀਆਂ ਮਹਾਨ ਬਰਕਤਾਂ ਦੇ ਮਾਲਕ, ਵਡਿਆਈਆਂ ਦੇ ਘਰ, ਧਰਮ ਰੱਖਿਅਕ, ਸ੍ਰਿਸ਼ਟੀ ਦੀ ਚਾਦਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ, ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਅਦਬ ਸਤਿਕਾਰ ਸਹਿਤ ਹਾਜ਼ਰੀ ਭਰ ਕੇ ਅੰਮ੍ਰਿਤਮਈ ਬਾਣੀ, ਧੁਰ ਕੀ ਬਾਣੀ ਦਾ ਕੀਰਤਨ ਸਰਵਣ ਕਰ ਆਤਮਿਕ ਆਨੰਦ ਨੂੰ ਮਾਣਦੇ ਹੋਏ ਜੀਵਨ ਦੇ ਵਿੱਚੋਂ ਸਮੇਂ ਨੂੰ ਸਫਲਾ ਬਣਾ ਰਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਅਤੀ ਸਤਿਕਾਰਯੋਗ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਧੰਨਤਾ ਦੇ ਯੋਗ ਹੋ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਮਿਣ ਭਾਗਾਂ ਸਤ ਸੰਗ ਨ ਲੱਭੈ, ਮਿਣ ਸੰਗਤ ਮੈਲ ਭਰੀਜੇ ਜੀਓ। ਭਾਵਨੀ ਸਾਧ ਸੰਗੇਣ, ਲਬੰਤੰ ਬਡ ਭਾਗਣੇ। ਹਰ ਨਾਮ ਗੁਣ ਰਮਣ ਨਾਨਕ, ਸੰਸਾਰ ਸਾਗਰ ਨ ਵਿਆਪਣੇ। ਗਾਥਾ ਗੂੜ ਅਪਾਰ ਸਮਝਣ ਬਿਰਲਾ ਜਨੇ। ਸੰਸਾਰ ਕਾਮ ਤਜਣ ਨਾਨਕ, ਗੋਬਿੰਦ ਰਮਣ ਸਾਧ ਸੰਗਮ। ਸਤਿਗੁਰਾਂ ਜੀ ਨੇ ਸਾਡੇ ਸਾਰਿਆਂ 'ਤੇ ਕਿਰਪਾ ਕੀਤੀ। ਗੁਰੂ ਦਰਬਾਰ ਵਿੱਚ ਆ ਕੇ ਨਸਤਮਸਤਕ ਹੋਣ ਔਰ ਮਿਲ ਬੈਠ ਕੇ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਾਵਨ ਗੁਰੂ ਦਰਬਾਰ ਦੀ ਮਰਿਆਦਾ ਅਨੁਸਾਰ ਸਮਾਂ ਹੋਇਆ ਹੈ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜੀਵਾਰ ਸ਼ਬਦ ਦੀ ਵਿਚਾਰ ਦਾ। ਵਿਚਾਰ ਅਧੀਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਹੈੱਡ ਗ੍ਰੰਥੀ ਸਾਹਿਬਾਨ ਦੇ ਰਾਹੀਂ ਸਰਵਣ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਜੋ ਸਮਝਾ ਰਹੇ ਨੇ, ਆਓ ਰਲ ਮਿਲ ਕੇ ਤੁਛ ਬੁੱਧੀ ਅਨੁਸਾਰ ਸਤਿਗੁਰਾਂ ਜੀ ਦੀ ਕਿਰਪਾ ਸਦਕਾ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਕਿਤੇ ਸਾਡੇ ਜੀਵਨ ਵਿੱਚ ਉਹ ਸਮਾਂ ਆ ਸਕੇ ਜਿਸ ਸਮੇਂ ਨੂੰ ਮਾਣਨ ਵਾਸਤੇ ਇਹ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ। ਇਹ ਕੀਤੀ ਹੋਈ ਸੰਗਤ, ਸੁਣੀ ਹੋਈ ਬਾਣੀ, ਗਾਈ ਹੋਈ ਬਾਣੀ, ਵਿਚਾਰੀ ਬਾਣੀ ਦਾ ਸਾਡੇ ਜੀਵਨ ਨੂੰ ਕੋਈ ਲਾਭ ਪ੍ਰਾਪਤ ਹੋ ਸਕੇ। ਸੋ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲੋਂ ਆਪ ਸਾਰੀ ਹੀ ਸੰਗਤ ਅਦਬ ਸਤਿਕਾਰ ਸਹਿਤ ਪਿਆਰ ਵਿੱਚ ਭਿੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਥਿੱਤੀ ਗੌੜੀ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ। ਕਿਉਂਕਿ ਜਿਵੇਂ ਰੁੱਤਾਂ ਨੇ, ਥਿੱਤਾਂ ਨੇ, ਵਾਰ ਨੇ, ਮਹੀਨੇ ਨੇ, ਸਾਲ ਨੇ,
ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਸੁੰਦਰਤਾ ਹੈ ਕਿ ਜੀਵਨ ਦਾ ਕੋਈ ਵੀ ਐਸਾ ਪੱਖ ਨਹੀਂ ਜਿਸ ਪੱਖ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਜੀਵਨ ਦੀ ਅਗਵਾਈ ਨਾ ਕੀਤੀ ਹੋਏ। ਜਿਸ ਵੀ ਖੇਤਰ ਵਿੱਚ, ਜਿਸ ਵੀ ਸਮੇਂ ਵਿੱਚ ਸਾਨੂੰ ਅਗਵਾਈ ਦੀ ਲੋੜ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਹਾਲਾਤਾਂ ਅਨੁਸਾਰ, ਉਸ ਸਮੇਂ ਅਨੁਸਾਰ ਸਦੀਆਂ ਪਹਿਲਾਂ ਸਦੀਵ ਕਾਲੀ ਮਾਨਵਤਾ ਦੇ ਵਾਸਤੇ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ। ਥਿਤ ਕੀ ਆ? ਜਿਵੇਂ ਮੱਸਿਆ ਦੀ ਰਾਤ ਚੰਦਰਮਾ ਬਿਲਕੁਲ ਅਲੋਪ ਹੋ ਜਾਂਦਾ, ਜਿਹਨੂੰ ਆਪਾਂ ਕਹਿ ਦਿੰਦੇ ਹਨੇਰ ਹੋ ਗਿਆ, ਰਾਤ ਹਨੇਰੀ ਹੋ ਗਈ। ਫਿਰ 14 ਦਿਨਾਂ ਦੇ ਵਿੱਚ ਇਹ ਵਾਧਾ ਪੂਰਾ ਪ੍ਰਕਾਸ਼ ਵਿੱਚ ਆ ਜਾਂਦਾ। ਆਪਾਂ ਕਹਿ ਦਿੰਦੇ ਜੀ ਪੁੰਨਿਆਂ ਦਾ ਦਿਨ ਆ, ਚੰਦਰਮਾ ਪੂਰਾ ਚੜ੍ਹਿਆ। ਪਿੰਡਾਂ ਵਿੱਚ ਅਜੇ ਵੀ ਥਿੱਤਾਂ ਦਾ ਹਿਸਾਬ ਇਸ ਤਰੀਕੇ ਦੇ ਨਾਲ ਲੋਕ ਲਾਉਂਦੇ ਨੇ ਕਿ ਜਦੋਂ ਚੰਦਰਮਾ ਵਧਣਾ ਸ਼ੁਰੂ ਹੁੰਦਾ ਹੈ ਤੇ ਪੂਰਾ ਚੰਦਰਮਾ ਚੜ੍ਹਿਆ, ਪ੍ਰਕਾਸ਼ ਹੋਇਆ, ਤੇ ਲੋਕ ਸਮਝ ਜਾਂਦੇ ਨੇ ਕਿ ਅੱਜ ਪੁੰਨਿਆਂ ਦਾ ਦਿਹਾੜਾ। ਜਦੋਂ ਚੰਦਰਮਾ ਪੂਰੀ ਤਰ੍ਹਾਂ ਅਲੋਪ ਹੋ ਗਿਆ, ਰਾਤ ਹਨੇਰੀ ਹੋ ਗਈ, ਤੇ ਕਹਿ ਦਿੰਦੇ ਆ ਨਾ ਮੱਸਿਆ ਦੀ ਰਾਤ ਹੈ, ਕਾਲੀ ਬੋਲੀ ਰਾਤ ਹੈ, ਭਾਵ ਹਨੇਰਾ ਹੀ ਹਨੇਰਾ ਹੈ। ਅਸਲ ਦੇ ਵਿੱਚ ਸਾਡਾ ਜੀਵਨ ਵੀ ਇਸੇ ਤਰ੍ਹਾਂ, ਜਦੋਂ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਰਹਿੰਦੇ ਹਾਂ ਤੇ ਸਾਡੇ ਜੀਵਨ ਦੇ ਵਿੱਚ ਸਦਾ ਪੁੰਨਿਆਂ ਦੀ ਰਾਤ ਤਰ੍ਹਾਂ ਗਿਆਨ ਦਾ ਪ੍ਰਕਾਸ਼ ਹੋਇਆ ਰਹਿੰਦਾ, ਔਰ ਸਾਡੇ ਜੀਵਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ, ਕਰਮ ਕਾਂਡ ਸਾਡੇ ਜੀਵਨ ਨੂੰ ਪ੍ਰਭਾਵਿਤ ਨਹੀਂ ਕਰਦਾ। ਤੇ ਜਦੋਂ ਅਸੀਂ ਗੁਰੂ ਸ਼ਬਦ ਦੇ ਪ੍ਰਕਾਸ਼ ਤੋਂ ਪਾਸੇ ਹੋ ਜਾਂਦੇ ਹਾਂ, ਸ਼ਬਦ ਕੀ ਹੈ? ਪ੍ਰਕਾਸ਼। ਕਿਸ ਚੀਜ਼ ਦਾ ਪ੍ਰਕਾਸ਼ ਹੈ? ਗਿਆਨ ਦਾ ਪ੍ਰਕਾਸ਼। ਜਦੋਂ ਅਸੀਂ, ਸਾਡਾ ਸੰਬੰਧ ਗੁਰੂ ਦੇ ਸ਼ਬਦ ਨਾਲੋਂ, ਗੁਰੂ ਦੀ ਬਾਣੀ ਦੇ ਨਾਲੋਂ ਟੁੱਟ ਜਾਂਦਾ, ਫਿਰ ਸਾਡੇ ਜੀਵਨ ਦੇ ਵਿੱਚ ਮੱਸਿਆ ਦੀ ਰਾਤ ਦੀ ਤਰ੍ਹਾਂ ਘੁੱਪ ਹਨੇਰਾ ਹੋ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਥਿੱਤਾਂ ਦੇ ਰਾਹੀਂ, ਕਿਉਂਕਿ ਥਿੱਤ ਦਾ ਬਹੁਵਚਨ ਹੈ ਥਿੱਤਾਂ, ਜਿਹਨੂੰ ਆਪਾਂ ਆਕਾਸੀ, ਦਵਾਸੀ, ਏਕਮ, ਦੂਜ, ਪੰਚਮੀ ਕਹਿੰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਕਿ ਭਾਈ ਤੇਰੇ ਜੀਵਨ ਵਿੱਚ ਪ੍ਰਕਾਸ਼ ਕਦੋਂ ਹੋਏਗਾ? ਸਾਹਿਬ ਜੀ ਕਹਿੰਦੇ ਨੇ, ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ। ਹੇ ਭਾਈ, ਜਿਸ ਮਨੁੱਖ ਨੇ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ, ਆਹ ਗੱਲ ਬੜੇ ਧਿਆਨ ਵਿੱਚ ਸਾਨੂੰ ਸਦਾ ਹੀ ਰੱਖਣੀ ਚਾਹੀਦੀ ਆ ਕਿ ਗੁਰੂ ਦੀ ਸਿੱਖਿਆ ਤੋਂ ਬਿਨਾਂ ਅਸੀਂ ਕਿਸੇ ਪ੍ਰਕਾਰ ਵੀ ਆਤਮਿਕ ਜੀਵਨ ਵਿੱਚ ਕਾਮਯਾਬ ਨਹੀਂ ਹੋ ਸਕਦੇ। ਗੁਰੂ ਦੀ ਸਿੱਖਿਆ ਤੇ ਤੁਰ ਕੇ ਆਪਣੇ ਆਪ ਨੂੰ ਭਾਵ ਆਪਣੇ ਮਨ ਨੂੰ ਜਿੱਤਣਾ ਜਾਂ ਮਨ ਨੂੰ ਕਾਬੂ ਵਿੱਚ ਕਰਨਾ, ਇਹ ਗੁਰੂ ਦੀ ਸਿੱਖਿਆ ਤੋਂ ਬਿਨਾਂ ਆਪਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਮਨ ਨੂੰ ਕਾਬੂ ਵਿੱਚ ਨਹੀਂ ਰੱਖ ਸਕਦੇ। ਤੇ ਮਨ ਨੂੰ ਕਾਬੂ ਕਰਨ ਵਾਸਤੇ ਕਿਹਦੀ ਲੋੜ ਹੈ? ਗਿਆਨ ਦੀ। ਕਿਹੜੇ ਗਿਆਨ ਦੀ ਲੋੜ ਹੈ? ਗੁਰਮਤਿ ਦੇ ਗਿਆਨ ਦੀ, ਗੁਰੂ ਦੇ ਗਿਆਨ ਦੀ। ਮਨ ਸਮਝਾਵਣ ਕਾਰਨੇ ਕਛ ਇੱਕ ਪੜ੍ਹੀਐ ਗਿਆਨ। ਤੇ ਜਦੋਂ ਗੁਰੂ ਦੀ ਕਿਰਪਾ ਹੋਵੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਨ ਬਸ ਆਵੈ ਨਾਨਕਾ
ਜੇ ਪੂਰਨ ਕਿਰਪਾ ਹੋਏ। ਇਹ ਨਹੀਂ ਕਿ ਮਨ ਵਸ ਵਿੱਚ ਨਹੀਂ ਆਉਂਦਾ, ਪਰ ਕਦੋਂ ਆਏਗਾ? ਜਦੋਂ ਗੁਰੂ ਦੀ ਪੂਰਨ ਕਿਰਪਾ ਹੋ ਗਈ। ਤੇ ਗੁਰੂ ਦੀ ਪੂਰਨ ਕਿਰਪਾ ਗੁਰੂ ਪਿਆਰਿਓ ਕਦੋਂ ਹੋਏਗੀ? ਜਦੋਂ ਅਸੀਂ ਪਾਤਰਤਾ ਬਣਾਵਾਂਗੇ ਆਪਣੇ ਜੀਵਨ ਦੀ, ਪਾਤਰਤਾ ਕਿ ਮੈਂ ਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਹੈ। ਕੱਲ ਮਹੀਨੇ ਦੀ ਆਰੰਭਤਾ ਹੋਈ ਨਾ, ਭਾਦੋਏ ਭਰਮ ਭੁਲਾਣੀਆ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਭਰਮ ਦੀ ਗੱਲ ਕੀਤੀ ਸਤਿਗੁਰੂ ਜੀ ਨੇ। ਭਰਮ ਕਰਕੇ ਦੂਜੇ ਨਾਲ ਹੇਤ ਬਣ ਗਿਆ। ਜਦੋਂ ਦੂਜੇ ਨਾਲ ਹੇਤ ਬਣ ਗਿਆ ਤੇ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਸਾਡੀ ਦੂਰੀ ਬਣ ਗਈ। ਜੇ ਗੁਰੂ ਦੀ ਕਿਰਪਾ ਦੇ ਅਸੀਂ ਪਾਤਰ ਬਣਨ ਆਵਾਂਗੇ, ਪਾਤਰਤਾ ਬਣਾਵਾਂਗੇ ਆਪਣੇ ਜੀਵਨ ਵਿੱਚ ਕਿ ਮੈਂ ਗੁਰੂ ਦੀ ਕਿਰਪਾ ਪ੍ਰਾਪਤ ਕਰਨੀ ਆ। ਕਿਉਂਕਿ ਸਾਡਾ ਸੁਭਾਅ ਕੀ ਬਣਿਆ ਕਿ ਅਸੀਂ ਗੁਰੂ ਨਾਲੋਂ ਵਿਅਕਤੀਆਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਕੇਵਲ ਵਿਅਕਤੀ ਨੂੰ ਨਹੀਂ, ਸੰਸਾਰ ਦੇ ਹਰ ਪਦਾਰਥ ਨੂੰ ਅਸੀਂ ਅਹਿਮੀਅਤ ਦਿੰਦੇ ਹਾਂ। ਜਿੰਨਾ ਪਿਆਰ ਅਸੀਂ ਇਸ ਪਦਾਰਥ ਦੇ ਨਾਲ ਕਰਨੇ ਆ, ਕਿਤੇ ਇਹ ਹੀ ਪਿਆਰ ਸਾਡਾ ਇਹ ਪਦਾਰਥਾਂ ਨੂੰ ਦੇਣ ਵਾਲੇ ਦਾਤੇ ਦੇ ਨਾਲ ਬਣ ਜੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬੜਾ ਪਿਆਰਾ ਬਚਨ ਆਪ ਸਾਰਿਆਂ ਨੂੰ ਯਾਦ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਨੂੰ ਆਹ ਗੱਲ ਸਮਝਾਈ। ਉਹ ਕਹਿੰਦੇ ਨੇ, ਭਾਈ ਤੂੰ ਪਦਾਰਥ ਨੂੰ ਯਾਦ ਨਾ ਕਰ, ਤੂੰ ਪਦਾਰਥਾਂ ਨੂੰ ਦੇਣ ਵਾਲੇ ਦਾਤੇ ਨੂੰ ਯਾਦ ਕਰਿਆ ਕਰ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਮੇਰਿਆ ਮਨਾ, ਤੂੰ ਪਦਾਰਥ ਦੇਣ ਵਾਲੇ ਨੂੰ, ਜਿਹੜਾ ਸਾਰੇ ਪਦਾਰਥ ਜੀਵ ਨੂੰ ਦੇਣ ਵਾਲਾ, ਤੂੰ ਉਹਦਾ ਨਾਮ ਜਪਿਆ ਕਰ। ਕਹਿੰਦੇ ਇਹ ਗੱਲ ਦੀ ਸਮਝ ਕਦੋਂ ਆਈ? ਗੁਰ ਪੂਰੇ ਹਰ ਨਾਮ ਦਰੜਾਇਆ, ਬਿਨ ਨਾਮੈ ਜੀਵਨ ਬਿਰਥਾ। ਪੂਰੇ ਗੁਰੂ ਨੇ ਉਸ ਸਾਰੇ ਹੀ ਪਦਾਰਥਾਂ ਦੇ ਦੇਣ ਵਾਲੇ ਦਾਤੇ ਦਾ ਨਾਮ ਦ੍ਰਿੜ ਕਰਵਾ ਦਿੱਤਾ ਤੇ ਗੱਲ ਸਮਝਾ ਦਿੱਤੀ। ਉਹ ਭਲਿਆ ਜੇ ਪਦਾਰਥ ਦੇ ਨਾਲ ਜੁੜਿਆ ਰਿਹਾ, ਪਦਾਰਥਾਂ ਨੂੰ ਦੇਣ ਵਾਲੇ ਦਾ ਨਾਮ ਨਾ ਜਪਿਆ ਤੇ ਪਦਾਰਥਾਂ ਵਿੱਚ ਖਚਿਤ ਹੋ ਕੇ ਰਹਿ ਗਏ, ਹੋ ਸਕਦਾ ਤੈਨੂੰ ਲੱਗੇ ਮੇਰੇ ਜੀਵਨ ਦੇ ਬੜੇ ਸੁੱਖ ਨੇ ਪਦਾਰਥ ਦੇ ਨਾਲ, ਇਹ ਪਦਾਰਥ ਸੁੱਖ ਦੇ ਸਾਧਨ ਨੇ। ਪਰ ਸਾਹਿਬ ਜੀ ਕਹਿੰਦੇ ਨੇ, ਬਿਨ ਨਾਮੈ ਜੀਵਨ ਬਿਰਥਾ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਗੱਲ ਕੌਣ ਦੱਸਦਾ ਜੀ? ਇਹ ਗੱਲ ਗੁਰੂ ਦੱਸਦਾ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਅੱਜ ਇਹੀ ਗੱਲ ਸਾਨੂੰ ਸਮਝਾ ਰਹੇ ਨੇ ਕਿ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਚੱਲ ਕੇ, ਗੁਰੂ ਦੀ ਦਿੱਤੀ ਮੱਤ ਅਨੁਸਾਰ ਆਪਣੇ ਆਪ ਨੂੰ, ਆਪਣੇ ਮਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵਸ ਵਿੱਚ ਕੀਤਾ ਨਾ, ਉਹ ਤੇ ਸੰਸਾਰ ਤੇ ਸੂਰਮਾ ਹੋ ਗਿਆ। ਜਿਹਨੇ ਮਨ ਨੂੰ ਜਿੱਤਿਆ ਉਹ ਕੌਣ ਹੈ ਜੀ? ਮਨ ਨੂੰ ਤੇ ਜਿੱਤਣਾ ਬੜਾ ਔਖਾ ਹੈ। ਅਸੀਂ ਬਾਹਰ ਦੀਆਂ ਲੜਾਈਆਂ ਸਾਰੀਆਂ ਜਿੱਤ ਸਕਦੇ ਹਾਂ। ਆ ਸਾਡੀਆਂ ਦੁਨਿਆਵੀ ਲੜਾਈਆਂ ਜਿਹੜੀਆਂ, ਇਹ ਅਸੀਂ ਸਾਰੀਆਂ ਜਿੱਤ ਸਕਦੇ ਹਾਂ, ਚਲਾਕੀਆਂ ਨਾਲ, ਬੇਈਮਾਨੀਆਂ ਨਾਲ, ਤਾਕਤਾਂ ਦੇ ਨਾਲ। ਪਰ ਮਨ ਨੂੰ ਜਿੱਤਣਾ ਸਭ ਤੋਂ ਔਖਾ। ਕਿਹਨਾਂ ਨੇ ਇਸ ਮਨ ਨੂੰ ਜਿੱਤਿਆ? ਸਤਿਗੁਰੂ ਜੀ ਕਹਿੰਦੇ ਨੇ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਜਾ ਕੇ। ਆਤਮ ਜਿਣੇ, ਗੁਰੂ ਦੀ ਸਿੱਖਿਆ ਦੇ ਨਾਲ ਜਿਨ੍ਹਾਂ ਨੇ ਆਪਣੇ ਆਪ ਨੂੰ, ਆਪਣੇ ਮਨ ਨੂੰ ਜਿੱਤ ਲਿਆ।
ਤਾਂ ਕਾ ਸਤਿਗੁਰ ਪੂਰਾ। ਇਸ ਕਰਕੇ ਕਰਨਾ ਕੀ ਕਰ, ਠਾਕੁਰ ਗਾਈਐ ਆਤਮ ਰੰਗ, ਠਾਕੁਰ ਗਾਈਐ ਆਤਮ ਰੰਗ। ਠਾਕੁਰ ਗਾਈਐ ਆਤਮ ਰੰਗ, ਠਾਕੁਰ ਗਾਈਐ ਆਤਮ ਰੰਗ। ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਿਆ, ਤੇ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਮਿਲਿਆ ਕੀ, ਸ਼ਰਣੀ ਪਾਵਨ ਨਾਮ ਧਿਆਵਨ, ਸ਼ਰਣੀ ਪਾਵਨ ਨਾਮ ਧਿਆਵਨ। ਸਹਿਜ ਸਮਾਵਨ ਸੰਗ, ਸਹਿਜ ਸਮਾਵਨ ਸੰਗ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸੂਰਮੇ ਨੇ ਸੰਸਾਰ ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਤੇ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਉਸ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਪਹੁੰਚ ਗਏ, ਜਿੱਥੇ ਜਾ ਕੇ ਸੰਸਾਰ ਕਾਮ ਤਜਣੰ, ਜਿੱਥੇ ਜਾ ਕੇ ਸੰਸਾਰ ਦੀਆਂ ਕਾਮਨਾਵਾਂ ਵਾਲੀਆਂ ਬਿਰਤੀਆਂ ਜਿਹੜੀਆਂ ਨੇ ਸਾਰੀਆਂ ਖਤਮ ਹੋ ਜਾਂਦੀਆਂ। ਆਖੋ ਸਤਨਾਮ। ਜਿੱਥੇ ਜਾ ਕੇ ਕਿਸੇ ਪ੍ਰਕਾਰ ਦੀ ਕੋਈ ਵਾਸ਼ਨਾ ਵਾਲੀ ਬਿਰਤੀ ਨਹੀਂ ਰਹਿ ਜਾਂਦੀ। ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹਦਾ ਰਿਜ਼ਲਟ ਕੀ ਨਿਕਲਿਆ, ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ। ਸੰਤ ਪ੍ਰਸਾਦੀ, ਸੰਤ ਪ੍ਰਸਾਦ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਜੀਵਨ ਦਾ ਹਰ ਪ੍ਰਕਾਰ ਦਾ ਡਰ ਖਤਮ ਹੋ ਗਿਆ। ਗੁਰੂ ਨੇ ਗੱਲ ਸਮਝਾ ਦਿੱਤੀ ਕਿ ਡਰ ਕਿਸ ਚੀਜ਼ ਦਾ, ਕਿਉਂ ਡਰਨਾ, ਤੂੰ ਨਿਰਭਉ ਦੇ ਨਾਲ ਜੁੜਿਆ ਰਹਿ, ਤੇਰੇ ਜੀਵਨ ਦਾ ਹਰ ਪ੍ਰਕਾਰ ਦਾ ਭੈ ਖਤਮ ਹੋ ਜਾਏਗਾ। ਸਾਹਿਬਾਂ ਦੀ ਬਾਣੀ ਦੇ ਆਪਾਂ ਇਹ ਬਚਨ ਪੜ੍ਹਦੇ ਹਾਂ ਨਾ, ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਤੇ ਜਿਹਨੇ ਇਸ ਤਰੀਕੇ ਦੇ ਨਾਲ ਪਰਮਾਤਮਾ ਦੀ ਆਰਾਧਨਾ ਕੀਤੀ, ਹਰ ਜੀ, ਜਿਨ੍ਹਾਂ ਨੇ ਪਿਆਰ ਦੇ ਨਾਲ ਪਰਮਾਤਮਾ ਦੀ ਆਰਾਧਨਾ ਕੀਤੀ, ਉਹ ਉਸ ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਗਏ। ਅਸਲ ਦੇ ਵਿੱਚ ਜੀਵਨ ਦੀ ਮੰਜ਼ਿਲ ਆ ਗੁਰੂ ਪਿਆਰਿਓ। ਤੇ ਸਾਹਿਬ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰੂ ਦੀ ਕਿਰਪਾ ਦੇ ਨਾਲ ਜੀਵਨ ਦਾ ਹਰ ਪ੍ਰਕਾਰ ਦਾ ਡਰ ਖਤਮ ਹੋ ਗਿਆ, ਚਿੰਤਾ ਖਤਮ ਹੋ ਗਈ। ਕਿਉਂਕਿ ਗੁਰੂ ਨੇ ਇਹ ਗੱਲ ਸਮਝਾ ਦਿੱਤੀ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇੱਥੇ ਕਿਸੇ ਨੇ ਟਿਕੇ ਨਹੀਂ ਰਹਿਣਾ, ਫਿਰ ਕਾਹਦੀ ਚਿੰਤਾ। ਚਿੰਤਾ ਸਭ ਤੋਂ ਵੱਡੀ ਚਿੰਤਾ ਮਨੁੱਖ ਨੂੰ ਮੌਤ ਦੀ ਆ, ਸਭ ਤੋਂ ਵੱਡੀ ਚਿੰਤਾ। ਬੜਾ ਡਰਦਾ ਮੌਤ ਦੇ ਕੋਲੋਂ, ਬੜਾ ਖੌਫ ਹੈ ਮੌਤ ਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ, ਖਾਮ ਖਾ ਦੀ ਤੂੰ ਚਿੰਤਾ ਦੀ ਪੰਡ ਸਿਰ ਤੇ ਚੁੱਕ ਕੇ ਤੁਰਿਆ ਫਿਰਦਿਆਂ, ਇਹ ਕੋਈ ਅਣਹੋਣੀ ਥੋੜੀ ਆ। ਇਹ ਤੇ ਜਦੋਂ ਦਾ ਸੰਸਾਰ ਚੱਲਿਆ ਤੇ ਉਦੋਂ ਤੋਂ ਇਹ ਵਰਤਾਰਾ ਵਰਤਦਾ ਆ ਰਿਹਾ। ਕਿਉਂਕਿ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਇਹ ਗੁਰੂ ਹੀ ਗੱਲ ਸਮਝਾਉਂਦਾ ਨਾ ਜੀ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਦੋਂ ਅਸੀਂ ਉਹਦੇ ਦਰ ਤੇ ਆਉਂਦੇ ਹਾਂ, ਸਾਡੇ ਕੰਨ ਵਿੱਚ ਪਿਆਰ ਦੇ ਨਾਲ ਆਵਾਜ਼ ਦਿੰਦੇ ਨੇ, ਕਿਉਂ ਚਿੰਤਾ ਕਰ ਰਿਹਾ ਮੇਰੇ ਬੱਚਿਆ। ਅਣਹੋਣੀ ਦੀ
जो अनहोनी होए तू ਉਹਦੀ चिंता कर, ਇਹ ਤੇ होनी आ। ਜਦੋਂ ਸਮਾਂ ਆ ਗਿਆ ਇਹ ਭਾਣਾ ਵਰਤਣਾ ਤੇ ਉਹਦੇ ਜਾਣ ਤੋਂ ਪਹਿਲੋਂ ਜਿਹੜੀ ਅਸਲੀ ਚਿੰਤਾ ਵਾ ਉਹ ਕਰ। ਉਹ ਕਿਹੜੀ ਚਿੰਤਾ ਜੀ? ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਜੰਜਾਲਾਂ ਦਾ ਕਰਕੇ ਚਿੰਤਾ ਹੈ, ਜੰਜਾਲਾਂ ਦਾ। ਅਸੀਂ ਜੰਜਾਲਾਂ 'ਚ ਫਸੇ ਹੋਏ ਹਾਂ ਸਾਰੇ, ਕੋਈ ਬਾਹਰ ਨਹੀਂ ਆ। ਕਿਸੇ ਨਾ ਕਿਸੇ ਰੂਪ ਵਿੱਚ ਆਪਾਂ ਜੰਜਾਲਾਂ ਵਿੱਚ ਬੱਝੇ ਹੋਏ ਹਾਂ। ਚਿੰਤਾ ਤਾਂ ਹੀ ਆ, ਹਾਏ ਮੈਂ ਮਰ ਗਿਆ ਤੇ ਮੇਰੇ ਮਗਰੋਂ ਮੇਰੇ ਬੱਚਿਆਂ ਦਾ ਕੀ ਹੋਏਗਾ, ਮੇਰੇ ਪਰਿਵਾਰ ਦਾ ਕੀ ਹੋਏਗਾ। ਭਰਮ ਹੈ ਨਾ ਕਿ ਇਹ ਜਿਹੜਾ ਪਰਿਵਾਰ ਹੈ ਇਹ ਮੇਰਾ ਕਰਕੇ ਆ, ਇਹਦਾ ਜੀਵਨ, ਇਹਦੀਆਂ ਲੋੜਾਂ ਪੂਰੀਆਂ ਮੈਂ ਕਰ ਸਕਦਾ ਵਾਂ, ਤੇ ਜੇ ਮੈਂ ਨਾ ਰਿਹਾ ਤੇ ਇਹਨਾਂ ਦਾ ਕੀ ਬਣੇਗਾ। ਖਾਮਖਾ ਦੀ ਚਿੰਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਚਿੰਤਾ ਛੱਡ। ਜੇ ਚਿੰਤਾ ਕਰਨੀ ਆ ਤੇ ਬੰਦਿਆ ਇਸ ਗੱਲ ਦੀ ਚਿੰਤਾ ਕਰ ਜਿਹੜੀ ਤੂੰ ਨਹੀਂ ਕਰ ਰਿਹਾ। ਨਾਨਕ ਹਰ ਗੁਣ ਗਾਏ ਲੈ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰ, ਉਹਦੇ ਕੀਤੇ ਹੋਏ ਉਪਕਾਰਾਂ ਦਾ ਸ਼ੁਕਰਾਨਾ ਕਰ। ਸਾਡੇ ਜੀਵਨ ਦਾ ਰੋਮ ਰੋਮ ਉਸ ਪਰਮਾਤਮਾ ਦੇ ਉਪਕਾਰ ਦਾ ਦੇਣਦਾਰ ਹੈ। ਪਰਮਾਤਮਾ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ ਕਿ ਇੰਨਾ ਸੋਹਣਾ ਮਨੁੱਖਾ ਜਨਮ ਸਾਨੂੰ ਬਖਸ਼ਿਸ਼ ਕੀਤਾ। ਇਹ ਕੋਈ ਛੋਟਾ ਜਿਹਾ ਉਪਕਾਰ ਹੈ ਗੁਰੂ ਪਿਆਰਿਓ। ਇਸ ਉਪਕਾਰ ਦਾ ਦੇਣਾ ਅਸੀਂ ਰੋਮ ਰੋਮ ਕਰਕੇ ਔਰ ਸਵਾਸ ਸਵਾਸ ਕਰਕੇ ਉਸ ਰੱਬ ਦਾ ਸ਼ੁਕਰਾਨਾ ਕਰਦੇ ਰਹੀਏ ਤਾਂ ਵੀ ਇਸ ਉਪਕਾਰ ਦਾ ਅਸੀਂ ਦੇਣਾ ਨਹੀਂ ਦੇ ਸਕਦੇ। ਸਤਿਗੁਰੂ ਜੀ ਕਹਿੰਦੇ ਇਹ ਜੰਜਾਲਾਂ ਤੋਂ ਬਾਹਰ ਨਿਕਲ, ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾ, ਪਰ ਇਹਨਾਂ ਨੂੰ ਜੰਜਾਲ ਨਾ ਬਣਾ ਕੇ ਆਪਣੇ ਆਪ ਨੂੰ ਇਹਨਾਂ ਜੰਜਾਲਾਂ 'ਚ ਬੰਨ੍ਹ ਨਾ ਲੈ। ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਗ੍ਰਸਤ ਮਾਰਗ ਹੈ, ਪਰਿਵਾਰ ਹੈ, ਸਮਾਜ ਹੈ, ਪਰ ਇਹਨਾਂ ਨੂੰ ਜੰਜਾਲ ਨਹੀਂ ਬਣ ਦੇਣਾ। ਕਿੱਦਾਂ? ਜੈਸੇ ਜਲ ਮੇ ਕਮਲ ਨਰਾਲਮ, ਮੁਰਗਾਈ ਨਿਸ਼ਾਨੇ, ਸ਼ਬਦ ਸੁਰਤ ਭਾਵ ਸਾਗਰ ਤਰੀ। ਇਸ ਤਰੀਕੇ ਦੇ ਨਾਲ ਭਗੌੜੇ ਨਹੀਂ ਹੋਣਾ ਜ਼ਿੰਮੇਵਾਰੀਆਂ ਤੋਂ। ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਇਹਨਾਂ ਨੂੰ ਜੰਜਾਲ ਨਹੀਂ ਬਣ ਦੇਣਾ। ਕੀ ਕਰਨਾ? ਇਹਦੇ ਵਿੱਚ ਰਹਿ ਕੇ ਪਰਮਾਤਮਾ ਦੇ ਕਹਿੰਦੇ ਗੁਣ ਗਾ, ਉਹਦੀਆਂ ਵਡਿਆਈਆਂ ਕਰ, ਉਹਦੀ ਸਿਫਤ ਸਲਾਹ ਕਰਿਆ ਕਰ, ਤੇ ਪਿਆਰ ਵਿੱਚ ਆ ਕੇ ਭਿੱਜ ਕੇ ਆਖਿਆ ਕਰ ਵਾਹਿਗੁਰੂ 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 ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਕਹਿੰਦੇ ਇਹਨਾਂ ਨੂੰ ਜੰਜਾਲ ਨਹੀਂ ਬਣ ਦੇਣਾ। ਮੈਂ ਕਿਉਂ ਇਹ ਬੇਨਤੀ ਕਰ ਰਿਹਾ? ਕਈ ਵਾਰ ਇਹ ਸਮਝ ਲਿਆ ਜਾਂਦਾ ਕਿ ਪਤਾ ਨਹੀਂ ਸਤਿਗੁਰੂ ਜੀ ਨੇ ਇਹ ਕਹਿ ਦਿੱਤਾ ਕਿ ਸਾਰਾ ਕੁਝ ਛੱਡ ਦੇ। ਨਹੀਂ, ਇਹ ਤੇ ਜ਼ਿੰਮੇਵਾਰੀਆਂ ਨੇ। ਇਹ ਜਿਹੜਾ ਗ੍ਰਸਤ ਮਾਰਗ ਹੈ ਇਹ ਜ਼ਿੰਮੇਵਾਰੀਆਂ ਦਾ ਅਹਿਸਾਸ ਹੈ, ਤੇ ਇਸ ਕਰਕੇ ਤੂੰ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਇਹਦੇ ਤੋਂ ਭਗੌੜਾ ਨਹੀਂ ਹੋਣਾ। ਜੋਗੀਆਂ ਨੇ ਕਹਿ ਦਿੱਤਾ ਨਾ ਜੀ ਕਿ ਜਿਹੜਾ ਗ੍ਰਸਤ ਦਾ ਮਾਰਗ ਹੈ, ਜਿਹੜੇ ਗ੍ਰਸਤੀ ਆ ਨਾ, ਇਹ ਤੇ ਜੰਜਾਲ ਵਿੱਚ ਵੱਜੇ ਹੋਏ ਨੇ।
ਅਸੀਂ ਗ੍ਰਸਤ ਦਾ ਤਿਆਗ ਕਰਤਾ, ਅਸੀਂ ਇਹ ਜੰਜਾਲ ਤੋਂ ਬਾਹਰ ਨਿਕਲ ਆਏ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨਹੀਂ, ਤੁਸੀਂ ਜੰਜਾਲ ਚੋਂ ਬਾਹਰ ਨਹੀਂ ਨਿਕਲੇ, ਤੁਸੀਂ ਮਨ ਕਰਕੇ ਉਹਨਾਂ ਹੀ ਜਲਾਲ ਦੇ ਰੱਸਿਆਂ ਵਿੱਚ ਵੱਜੇ ਪਏ ਹੋ। ਤੁਸੀਂ ਹੰਕਾਰ ਦੇ ਵਿੱਚ ਹੋ ਕਿ ਸਾਡੇ ਵਰਗਾ ਦੂਜੇ ਇਨਸਾਨ ਨਹੀਂ, ਮਨੁੱਖ ਨਹੀਂ, ਅਸੀਂ ਉਹਨਾਂ ਤੋਂ ਚੰਗੇ ਹਾਂ, ਉੱਚੇ ਹਾਂ। ਉਹ ਤੇ ਗ੍ਰਸਤੀ ਆ, ਗ੍ਰਸਤ ਵਿੱਚ ਫਸੇ ਹੋਏ ਨੇ। ਸਤਿਗੁਰੂ ਜੀ ਕਹਿੰਦੇ ਤੁਸੀਂ ਹੰਕਾਰ ਵਿੱਚ ਫਸੇ ਹੋਏ ਹੋ, ਫਰਕ ਕੋਈ ਨਹੀਂ ਆ। ਹੋ ਸਕਦਾ ਗ੍ਰਸਤੀ ਇਹਨਾਂ ਤਿਆਗੀਆਂ ਦੇ ਨਾਲੋਂ ਉਹਦਾ ਜੀਵਨ ਚੰਗਾ ਹੋਏ, ਕਿਉਂਕਿ ਤਿਆਗੀਆਂ ਨੇ ਆਪਣੇ ਆਪ ਨੂੰ ਇਸ ਕਰਕੇ ਤਿਆਗੀ ਕਿਹਾ, ਅਸੀਂ ਗ੍ਰਸਤ ਜੀਵਨ ਧਾਰਨ ਨਹੀਂ ਕੀਤਾ, ਅਸੀਂ ਪਰਿਵਾਰ ਦੇ, ਸਮਾਜ ਦੇ ਰਿਸ਼ਤੇਦਾਰੀਆਂ ਦੇ ਬੰਧਨਾਂ 'ਚ ਨਹੀਂ ਬੱਝੇ, ਅਸੀਂ ਤਿਆਗੀ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਆਗ ਦੀ ਪਰਿਭਾਸ਼ਾ ਬੜੀ ਸੋਹਣੀ ਦੱਸੀ। ਕਹਿੰਦੇ ਇਹ ਕਿਹੜਾ ਤਿਆਗ ਆ, ਪਰਿਵਾਰ ਤੋਂ ਦੂਰ ਚਲੇ ਗਏ, ਸਮਾਜ ਤੋਂ ਦੂਰ ਚਲੇ ਗਏ, ਇਹ ਕੋਈ ਤਿਆਗ ਨਹੀਂ ਆ। ਸਤਿਗੁਰੂ ਜੀ ਕਹਿੰਦੇ ਆਓ ਮੈਂ ਤੁਹਾਨੂੰ ਤਿਆਗ ਦੀ ਪਰਿਭਾਸ਼ਾ ਦੱਸਦਾ। ਸਾਡੇ ਸਾਹਮਣੇ ਜਿੰਨਾ ਚਿਰ ਸੰਸਾਰ ਰਹੇਗਾ, ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤਿਆਗ ਦੀ ਪਰਿਭਾਸ਼ਾ ਦੇ ਅਰਥ ਕਰਦੀ ਰਹੇਗੀ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ਮੀਨ ਖਰੀਦ ਕੇ ਨਗਰ ਵਸਾਇਆ। ਬੇਬੇ ਨਾਨਕੀ ਦੇ, ਮਾਤਾ ਨਾਨਕੀ ਦੇ ਨਾਮ ਤੇ ਨਾਮ ਰੱਖਿਆ। ਤੇ ਜਦੋਂ ਸਮਾਂ ਆਇਆ ਨਾ, ਜਦੋਂ ਧਰਮ ਦੀ ਰੱਖਿਆ ਲਈ ਆਨੰਦਪੁਰ ਸਾਹਿਬ ਨੂੰ ਛੱਡਣਾ ਪਿਆ ਨਾ, ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਇਹ ਜਿਹੜੇ ਸੋ ਕਾਲਡ ਆਪਣੇ ਆਪ ਵਿੱਚ ਬਣੇ ਹੋਏ ਤਿਆਗੀ ਸਨ। ਕਿਸੇ ਨੇ ਕਿਹਾ ਮੈਂ ਜੁੱਤੀ ਨਹੀਂ ਪਾਉਂਦਾ, ਮੈਂ ਤਿਆਗੀ ਹਾਂ। ਕਿਸੇ ਨੇ ਕਿਹਾ ਮੈਂ ਕੱਪੜਾ ਨਹੀਂ ਪਾਉਂਦਾ, ਮੈਂ ਤਿਆਗੀ। ਆ ਤਿਆਗ ਸਾਡਾ। ਕਿਸੇ ਨੇ ਕਿਹਾ ਮੈਂ ਅਨਾਜ ਨਹੀਂ ਖਾਂਦਾ, ਮੈਂ ਤਿਆਗੀ ਹੋ ਗਿਆ। ਤੇ ਵਾਸ਼ਨਾ ਸਾਰੀਆਂ ਉਹੀ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਲੋਕੋ, ਇਹ ਤਿਆਗ ਨਹੀਂ ਆ ਕਿ ਇੱਕ ਚੀਜ਼ ਦੀ ਨਾ ਵਰਤੋਂ ਕੀਤੀ ਉਹਦੇ ਬਦਲੇ ਦੂਜੀ ਖਾ ਲਈ। ਕਿਸੇ ਨੇ ਕਿਹਾ ਮੈਂ ਅਨਾਜ ਨਹੀਂ ਖਾਂਦਾ, ਉਹ ਫਰੂਟ ਖਾਈ ਜਾਂਦਾ। ਕਿਸੇ ਨੇ ਕਿਹਾ ਮੈਂ ਆਹ ਚੀਜ਼ ਨਹੀਂ ਖਾਂਦਾ, ਉਹ ਦੂਸਰੀ ਉਹਦਾ ਅਲਟਰਨੇਟਿਵ ਉਹਨੇ ਰੱਖਿਆ, ਉਹ ਲਈ ਜਾਂਦਾ। ਸਤਿਗੁਰੂ ਜੀ ਕਹਿੰਦੇ ਇਹ ਤਿਆਗ ਨਹੀਂ ਆ, ਤਿਆਗ ਆ। ਆਓ ਮੈਂ ਤੁਹਾਨੂੰ ਤਿਆਗ ਦੀ ਪਰਿਭਾਸ਼ਾ ਦੱਸਾਂ। ਆਪਾਂ ਇੱਕ ਨਿੱਕੀ ਜੀ ਝੁੱਗੀ ਬਣਾਈ ਹੋਏ, ਤੇ ਜਦੋਂ ਝੁੱਗੀਆਂ ਢੱਠਦੀਆਂ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੀ ਕੀ ਹਾਲਤ ਹੁੰਦੀ ਆ, ਕਿਉਂਕਿ ਪਕੜ ਹੈ। ਸਤਿਗੁਰੂ ਜੀ ਨੇ ਤਿਆਗ ਦੇ ਅਰਥ ਕੀਤੇ ਕਿ ਜੇ ਧਰਮ ਦਾ ਬੇੜਾ ਬਚਾਉਣ ਵਾਸਤੇ ਆਨੰਦਪੁਰ ਸਾਹਿਬ ਨੂੰ ਛੱਡਣਾ ਪਿਆ, ਤੇ ਇੱਕ ਰੰਚਕ ਮਾਤਰ ਵੀ ਮੋਹ ਵਾਲਾ ਫੁਰਨਾ ਨਹੀਂ ਉੱਠਿਆ ਕਿ ਇਹ ਤੇ ਮੈਂ ਖਰੀਦ ਕੇ ਧਰਤੀ ਨਗਰ ਵਸਾਇਆ ਸੀ, ਹਾਏ ਮੇਰਾ ਨਗਰ। ਸਤਿਗੁਰੂ ਜੀ ਕਹਿੰਦੇ ਆਹ ਹੁੰਦਾ ਤਿਆਗ। ਸ਼ਹਾਦਤ ਦਾ ਜਾਮ ਪੀਤਾ। ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿਹੜੇ ਅਰਥ ਤਿਆਗ ਦੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਕੀਤੇ ਨਾ, ਉਸ ਪਰਿਭਾਸ਼ਾ ਨੂੰ, ਉਸ ਫਿਲਾਸਫੀ ਨੂੰ ਚੰਗੀ ਤਰ੍ਹਾਂ ਆਪਣੇ ਜੀਵਨ ਵਿੱਚ ਦ੍ਰਿੜ ਕੀਤਾ ਕਿ ਪਿਤਾ ਸਤਿਗੁਰਾਂ ਜੀ ਨੇ ਜਿਹੜਾ ਤਿਆਗ ਕਿਹਾ, ਉਹ ਤਿਆਗ ਜੀਵਨ ਵਿੱਚੋਂ ਕਿਤੇ ਵਿਸਰ ਨਾ ਜਾਏ। ਉਹ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਗੁਰੂ ਪਿਆਰਿਓ, ਜਿੱਥੇ ਪ੍ਰਸ਼ਾਦੀ ਹਾਥੀ ਚੌਰ ਕਰਦਾ ਸੱਚੀ ਸਰਕਾਰ ਨੂੰ, ਨਗਾਰਿਆਂ ਦੀਆਂ ਗੂੰਜਾਂ ਪਹਾੜਾਂ ਨੂੰ ਗੁੰਜਾ ਰਹੀਆਂ ਨੇ। ਪਹਾੜਾਂ ਦੀਆਂ ਚੋਟੀਆਂ ਦੇ ਨਾਲ ਜਦੋਂ ਨਗਾਰਿਆਂ ਦੇ ਵਾਜਦੇ ਧੌਂਸੇ ਗੂੰਜਦੇ ਨੇ, ਸਾਰੇ ਪਹਾੜ ਗੂੰਜ ਰਹੇ ਨੇ। ਚਾਰ ਛਫੇਰੇ ਸੱਚੀ ਸਰਕਾਰ ਦੇ ਅੱਗੇ ਪਿੱਛੇ ਭਉ ਭਾਵਨਾ ਦੇ ਨਾਲ ਚਾਕਰੀ ਕਰਨ ਵਾਲੇ ਸੇਵਾਦਾਰ, ਸਤਿਗੁਰਾਂ ਜੀ ਦੇ ਹੱਥ ਤੇ ਬਾਜ, ਹਰ ਪ੍ਰਕਾਰ ਦਾ ਸੁੱਖ ਸਹੂਲਤ, ਜਾਂ ਇਵੇਂ ਕਹਿ ਲਈਏ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਆਪਣਾ ਹੀ ਰਾਜ ਭਾਗ ਹੈ। ਉਹ ਬਾਦਸ਼ਾਹ ਜਿਹੜਾ ਦਰਵੇਸ਼ ਹੈ, ਬਾਦਸ਼ਾਹ ਹੋਣ ਦੇ ਬਾਵਜੂਦ ਵੀ ਪਕੜ ਕੋਈ ਨਹੀਂ।
ਤੇ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਣਾ ਪਿਆ ਤੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਤਿਆਗ ਦੀ ਫਿਲਾਸਫੀ ਆ, ਆਨੰਦਪੁਰ ਸਾਹਿਬ ਨੂੰ ਛੱਡਤਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਲੋਕੋ ਆਹ ਤਿਆਗ ਹੁੰਦਾ, ਖਾਣਾ ਛੱਡਤਾ, ਅਨਾਜ ਛੱਡਤਾ, ਕੱਪੜਾ ਪਾਉਣਾ ਛੱਡਤਾ, ਜੋੜਾ ਪਾਉਣਾ ਛੱਡਤਾ, ਗ੍ਰਸਤ ਤੋਂ ਆਪਾਂ ਦੂਰ ਚਲੇ ਗਏ, ਅਸੀਂ ਗ੍ਰਸਤੀ ਨਹੀਂ ਆ। ਇਹ ਕੋਈ ਤਿਆਗ ਨਹੀਂ ਆ, ਇਹ ਆਪਣਾ ਸਵਾਰਥ ਹੈ, ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਹੈ ਤੇ ਆਪਣੇ ਆਪ ਨੂੰ ਸਥਾਪਿਤ ਕਰਨਾ। ਅਸੀਂ ਤਿਆਗੀ ਹਾਂ। ਸਤਿਗੁਰੂ ਜੀ ਕਹਿੰਦੇ ਤਿਆਗ ਅੰਦਰ ਦਾ ਹੈ ਕਿ ਅੰਦਰ ਕਿਸੇ ਚੀਜ਼ ਦੇ ਨਾਲ ਮੋਹ ਨਾ ਹੋਏ। ਇਹਦਾ ਇਹ ਭਾਵ ਨਹੀਂ ਕਿ ਨਫ਼ਰਤ ਹੈ, ਨਫ਼ਰਤ ਨਹੀਂ ਕਰਨੀ। ਤੇ ਨਫ਼ਰਤ ਦੇ ਜੇ ਨਹੀਂ ਕਰਨੀ ਤੇ ਮੋਹ ਦੇ ਜੰਜਾਲ ਵਿੱਚ ਵੀ ਨਹੀਂ ਵੱਜਣਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਜਿਨ੍ਹਾਂ ਦਾ ਨਾਮ ਤਿਆਗ ਮੱਲ ਸੀ ਨਾ, ਉਹਨਾਂ ਤਿਆਗ ਦੇ ਖੇਤਰ ਵਿੱਚ ਮੱਲਾਂ ਮਾਰੀਆਂ। ਛੋਟੀ ਉਮਰ ਵਿੱਚ ਹੀ ਬਾਬਾ ਗੁਰਦਿੱਤਾ ਜੀ ਦੇ ਵਿਆਹ ਕਾਰਜ ਸਮੇਂ ਬਾਲਕ ਨੂੰ ਆਪਣੇ ਵਸਤਰ ਦੇ ਦੇਣੇ। ਆਨੰਦਪੁਰ ਸਾਹਿਬ ਤੋਂ ਧਰਮ ਦੀ ਰੱਖਿਆ ਲਈ ਤਿਆਗ ਦੇ ਮੈਦਾਨ ਵਿੱਚ ਉਹ ਮੱਲ ਮਾਰੀ ਜਿਹੜੀ ਅੱਜ ਵੀ ਦੁਨੀਆ ਦੇ ਸਾਹਮਣੇ ਮਿਸਾਲ ਹੈ, ਜਿਹਦੀ ਕੋਈ ਸਮਾਨਤਾ ਨਹੀਂ ਕਰ ਸਕਦਾ। ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਅਨੁਸਾਰ ਆਪਣੇ ਆਪ ਨੂੰ ਜਿੱਤ ਲਿਆ, ਮਨ ਨੂੰ ਜਿੱਤ ਲਿਆ, ਉਹਨਾਂ ਦੇ ਜੀਵਨ ਵਿੱਚੋਂ ਹਰ ਪ੍ਰਕਾਰ ਦਾ ਡਰ ਖਤਮ ਹੋ ਗਿਆ। ਤੇ ਇੱਥੇ ਤੁਹਾਡੇ ਸਾਹਮਣੇ ਇਸ ਧਰਤੀ ਤੇ ਆਪਣੀ ਸੁਰਤ ਨੂੰ ਟਿਕਾਉਣਾ, ਕਿਹੜਾ ਡਰ ਨਹੀਂ ਦਿੱਤਾ ਗਿਆ। ਕਿ ਡਰ ਦੇਣ ਵਾਲਿਆਂ ਨੇ, ਜਿਨ੍ਹਾਂ ਦਾ ਆਪਣੀ ਸਲਤਨਤ ਦੇ ਵਿੱਚ ਬੜਾ ਵੱਡਾ ਖੌਫ ਹੈ ਕਿ ਬਾਦਸ਼ਾਹ ਔਰੰਗਜ਼ੇਬ ਬੜਾ ਜ਼ਾਲਮ ਹੈ ਤੇ ਜੋ ਇਹ ਕਹਿੰਦਾ ਹੈ ਉਹ ਕਰ ਦਿੰਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਉਹ ਸਾਰੇ ਡਰ ਦੀਆਂ ਤਸਵੀਰਾਂ ਰੱਖੀਆਂ ਗਈਆਂ, ਪ੍ਰੈਕਟੀਕਲ, ਕਿ ਇਹ ਤੇ ਡਰਦੇ ਨਹੀਂ, ਅਸੀਂ ਡਰਾਉਣਾ। ਉਹ ਭੁੱਲ ਹੀ ਗਏ ਕਿ ਇਹ ਉਹ ਗੁਰੂ ਨੇ ਜਿਹੜੇ ਸਮੁੱਚੀ ਮਾਨਵਤਾ ਨੂੰ ਕਹਿੰਦੇ ਨੇ, ਭਾਈ ਆਹ ਆ ਜੀਵਨ, ਇਹ ਆ ਇਨਸਾਨੀਅਤ। ਭੈ ਕਾਹੂ ਕੋ ਦੇਤ ਨਹਿ ਨੈ ਭੈ ਮਾਨਤਾਨ। ਕਿੱਦਾਂ ਡਰਾ ਲੋਗੇ? ਸਾਰੇ ਸਾਧਨ ਅਪਣਾਏ ਗਏ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਡਰ ਕਿਵੇਂ ਆ ਸਕਦਾ ਹੈ? ਉਹਨਾਂ ਦਾ ਸਦਾ ਵਾਸਤੇ ਡਰ ਖਤਮ ਹੋ ਜਾਂਦਾ ਹੈ, ਉਹਨਾਂ ਦਾ ਜੀਵਨ ਨਾ ਸੰਤੋਖੀ ਹੋ ਜਾਂਦਾ। ਪੌੜੀ ਦੇ ਵਿੱਚ ਸਤਿਗੁਰਾਂ ਜੀ ਨੇ ਤਾਂ ਹੀ ਤੇ ਨਾਲ ਸੰਤੋਖ ਦੀ ਗੱਲ ਕੀਤੀ। ਪਹਿਲੋਂ ਡਰ ਖਤਮ ਦੀ ਗਲਤੀ। ਡਰ ਖਤਮ ਕਿਵੇਂ ਹੋਇਆ? ਗੁਰੂ ਦੀ ਸਿੱਖਿਆ ਦੇ ਨਾਲ ਨਿਰਭਉ ਪ੍ਰਮਾਤਮਾ ਦੇ ਨਾਮ ਦੀ ਅਰਾਧਨਾ ਕੀਤੀ, ਡਰ ਖਤਮ ਹੋ ਗਿਆ। ਤੇ ਡਰ ਖਤਮ ਹੋ ਗਿਆ ਤੇ ਜੀਵਨ ਵਿੱਚ ਸੰਤੋਖ ਬਣ ਗਿਆ। ਹੁਣ ਪਕੜ ਕੋਈ ਨਹੀਂ, ਕੋਈ ਗਿਲਾ ਹੀ ਨਹੀਂ, ਸ਼ਿਕਵਾ ਹੀ ਕੋਈ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਕੋਈ ਸ਼ਿਕਵਾ ਥੋੜ੍ਹੀ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਉਹ ਲਾਹੌਰ ਦੀ ਤਤੀ ਤਵੀ ਆ, ਜਿਹੜੀ ਲਾਲ ਸੁਰਖਰੂ ਹੋਈ ਆ, ਉਹ ਲਾਹੌਰ ਦੀ ਗਰਮਾ ਗਰਮ ਰੇਤ ਹੈ, ਉਹ ਲਾਹੌਰ ਦੀ ਉਬਲਦੀ ਹੋਈ ਦੇਗ ਹੈ। ਤੇ ਜਿਸ ਤਵੀ ਤੇ ਬੈਠ ਕੇ ਸਤਿਗੁਰੂ ਜੀ ਨੇ ਕਿਹਾ, ਤੇਰਾ ਕੀਆ ਮੀਠਾ ਲਾਗੇ ਹਰਨਾਮ ਪਦਾਰਥ। ਉਹ ਸਾਹਮਣੇ ਤਸਵੀਰ ਹੈ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਿਸੇ ਪ੍ਰਕਾਰ ਦਾ ਡਰ ਨਹੀਂ ਮੰਨਿਆ। ਡਰਾਇਆ ਗਿਆ ਹੈ ਨਾ ਕਿ ਤਵੀ ਬੜੀ ਲਾਲ ਹੈ, ਹਰ ਬੰਦੇ ਨੂੰ ਪਤਾ, ਜਦੋਂ ਲਾਲ ਤਵਾ ਹੋਇਆ ਹੋਇਆ ਉਹਨੇ ਸਾੜ ਕੇ ਸਵਾਹ ਕਰ ਦੇਣਾ, ਚਮੜੀ ਸਾੜ ਕੇ ਰੱਖ ਦੇਣੀ ਹੈ। ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਡਰ ਗਏ? ਦੇਗ ਉਬਲਦੀ ਹੋਈ, ਉਹਦਾ ਪਾਣੀ ਉਬਾਲੇ ਮਾਰਦਾ, ਇਹ ਸਾਰੇ ਤਰੀਕੇ ਸਨ ਡਰਾਉਣ ਦੇ। ਪਰ ਉਹ ਸਤਿਗੁਰੂ ਜੀ ਕਹਿੰਦੇ ਨੇ, ਜਿਹਨੇ ਨਿਰਭਉ ਨੂੰ ਜਪਿਆ ਉਹਦੇ ਜੀਵਨ ਵਿੱਚ ਉਹ ਡਰ ਖਤਮ ਹੋ ਗਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੂੰ ਡਰਾਉਣ ਦੇ ਯਤਨ ਕੀਤੇ ਗਏ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਕਿ ਡਰ ਬਣਾ ਸਕੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਹੈ। ਤੇ
ਪੌੜੀ ਵਿੱਚ ਸਾਹਿਬ ਜੀ ਕਹਿ ਰਹੇ ਨੇ, ਅਮਾਵਸ ਆਤਮ ਸੁਖੀ ਭਏ ਸੰਤੋਖ ਦਿਆ ਗੁਰਦੇਵ। ਸੰਤੋਖ ਦੀ ਗੱਲ ਕੀਤੀ ਕਿ ਜੀਵਨ ਵਿੱਚ ਜਿਨ੍ਹਾਂ ਦੇ ਸੰਤੋਖ ਆ ਗਿਆ। ਮੈਂ ਬੇਨਤੀ ਕਰਾਂ, ਵੇਖੋ ਜੀਵਨ ਦੇ ਵਿੱਚ ਆਪਾਂ ਇੱਕ ਚਾਦਰ ਹੈ ਨਾ, ਕੱਪੜਾ, ਉਹਦੇ ਤੇ ਬੜੀ ਸੁੰਦਰ ਕਢਾਈ ਕੀਤੀ ਆ ਨਾ। ਸੰਤੋਖ ਕਿੱਦਾਂ ਹੈ? ਬੜੀ ਸੁੰਦਰ ਉੱਤੇ ਕਢਾਈ ਕੀਤੀ ਆ, ਐਮਬਰੋਇਡਰੀ ਕੀਤੀ ਆ, ਹੈ ਉਹ ਕੱਪੜਾ ਹੀ ਆ, ਪਰ ਉਹ ਬੜਾ ਸੋਹਣਾ ਲੱਗਦਾ। ਦਿਖਾਉਣ ਵਾਲਾ ਬੜੀ ਖੁਸ਼ੀ ਨਾਲ ਦਿਖਾਉਂਦਾ ਕਿ ਆਹ ਦੇਖੋ ਮੈਂ ਕਿੰਨੀ ਸੋਹਣੀ ਇਸ ਚਾਦਰ ਤੇ ਕਢਾਈ ਕੀਤੀ ਆ, ਨਕਾਸ਼ੀ ਕੀਤੀ ਆ, ਬੜੀ ਖੁਸ਼ੀ ਹੁੰਦੀ ਆ। ਤੇ ਜੇ ਅਵੇਸਲੇਪਨ ਦਾ ਕਰਕੇ ਉਸੇ ਹੀ ਚਾਦਰ ਤੇ ਕੋਈ ਦਾਗ ਲੱਗ ਜੇ ਤੇ ਫਿਰ ਉਹਨੂੰ ਲਕਾਉਣਾ ਪੈਂਦਾ। ਜੇ ਤੇ ਚੰਗੀ ਨਕਾਸ਼ੀ ਕੀਤੀ ਆ, ਉਹ ਦਿਖਾਉਣ ਵਿੱਚ ਖੁਸ਼ੀ ਹੁੰਦੀ ਆ। ਜੇ ਅਵੇਸਲਾਪਨ ਕਰਕੇ ਦਾਗ ਲੱਗ ਗਿਆ ਤੇ ਉਹਨੂੰ ਲਕਾਉਣ 'ਚ ਖੁਸ਼ੀ ਹੁੰਦੀ ਆ ਕਿ ਇਹਦਾ ਪਤਾ ਨਾ ਕਿਸੇ ਨੂੰ ਲੱਗ ਜੇ। ਸਿਆਣੇ ਕਹਿੰਦੇ ਨੇ ਅਸਲ ਦੇ ਵਿੱਚ ਸਾਡਾ ਜੀਵਨ ਇਸੇ ਤਰ੍ਹਾਂ ਹੀ ਆ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਦੇ ਨਾਲ ਇਸ ਜੀਵਨ ਰੂਪੀ ਚਾਦਰ ਤੇ ਸ਼ੁਭ ਗੁਣਾਂ ਦੀ ਨਕਾਸੀ ਕਰ ਲਈ, ਕਹਿੰਦੇ ਫਿਰ ਉਹਨਾਂ ਦੇ ਜੀਵਨ ਨੂੰ ਦੇਖਣ ਵਾਲਾ ਹਰ ਵਿਅਕਤੀ ਖੁਸ਼ ਹੁੰਦਾ। ਭਾਈ ਲਾਲੋ ਜੀ ਨੇ ਸ਼ੁਭ ਗੁਣਾਂ ਦੇ ਨਾਲ ਇਸ ਜੀਵਨ ਰੂਪੀ ਚਾਦਰ ਨੂੰ ਸ਼ਿੰਗਾਰਿਆ। ਤੇ ਅੱਜ ਭਾਈ ਲਾਲੋ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇੰਨਾ ਪਿਆਰ ਕੀਤਾ ਤੇ ਜਿਨ੍ਹਾਂ ਨੇ ਜੀਵਨ ਦੇ ਮੰਜ਼ਿਲ ਨੂੰ ਪ੍ਰਾਪਤੀ ਦੇ ਪੰਧ ਤੇ ਚੱਲਣ ਵੱਲੋਂ ਅਵੇਸਲਾਪਨ ਰੱਖਿਆ, ਵਕਾਰਾਂ ਵਿੱਚ ਖਚਤ ਰਹੇ, ਉਹਨਾਂ ਦੀ ਜੀਵਨ ਰੂਪੀ ਚਾਦਰ ਤੇ ਐਸੇ ਦਾਗ ਲੱਗੇ ਕਿ ਕਹਿੰਦੇ ਨੇ ਦਾਗ ਦੋਸ਼ ਮੋਹ ਚੱਲਿਆ ਲਾਏ ਦਰਗਾਹ ਬੈਸਣ ਨਾ ਹੀ ਪਾਏ। ਉਹਨੂੰ ਮਾਲਕ ਪਿਤਾ ਦੇ ਦਰ ਤੇ ਜਾ ਕੇ ਢੋਈ ਨਹੀਂ ਮਿਲੀ, ਉੱਥੇ ਮਲਕ ਭਾਗੋ ਆ। ਮਲਕ ਭਾਗੋ ਲੋਕਾਂ ਦਾ ਲਹੂ ਚੂਸ ਕੇ ਉਹਨੇ ਇਹ ਚਾਦਰ ਤੇ ਦਾਗ ਲਾਇਆ। ਉਹਨਾਂ ਦਾ ਵੀ ਨਾਂ ਆਉਂਦਾ ਜਿਨ੍ਹਾਂ ਨੇ ਇਸ ਜੀਵਨ ਰੂਪੀ ਚਾਦਰ ਨੂੰ ਗੁਣਾਂ ਦੇ ਨਾਲ ਸ਼ਿੰਗਾਰਿਆ। ਉਹਨਾਂ ਦਾ ਨਾਮ ਵੀ ਆਉਂਦਾ ਹੈ ਜਿਨ੍ਹਾਂ ਨੇ ਇਸ ਜੀਵਨ ਰੂਪੀ ਚਾਦਰ ਨੂੰ ਵਕਾਰਾਂ ਦੇ ਦਾਗ ਲਾ ਲਏ। ਇਤਿਹਾਸ ਸਾਡੇ ਕੋਲ ਸਾਡੀ ਅਗਵਾਈ ਕਰਦਾ। ਭਾਈ ਲਾਲੋ, ਭਾਈ ਸਿੰਘਾਂ ਉੱਪਰ ਬਾਬਾ ਬਿਧੀ ਚੰਦ ਜੀ, ਭਾਈ ਮੰਝ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ, ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ, ਭਾਈ ਸ਼ਬੇਗ ਸਿੰਘ ਜੀ, ਭਾਈ ਸ਼ਾਹਬਾਜ਼ ਸਿੰਘ ਜੀ। ਇਤਿਹਾਸ ਦਾ ਇੱਕ ਇੱਕ ਪੰਨਾ ਗੁਰੂ ਪਿਆਰਿਓ ਭਰਿਆ ਪਿਆ ਕਿਹਨਾਂ ਦੇ ਜੀਵਨ ਦੇ ਨਾਲ, ਜਿਨ੍ਹਾਂ ਨੇ ਆਪਣੇ ਇਸ ਜੀਵਨ ਰੂਪੀ ਚਾਦਰ ਨੂੰ ਵਾਹਿਗੁਰੂ ਪ੍ਰਮਾਤਮਾ ਦੇ ਗੁਣਾਂ ਦੇ ਨਾਲ ਸ਼ਿੰਗਾਰਿਆ, ਜਿਨ੍ਹਾਂ ਦੇ ਜੀਵਨ ਦੇ ਵਿੱਚ ਸੰਤੋਖ ਬਣਿਆ ਰਿਹਾ, ਜਿਨ੍ਹਾਂ ਦਾ ਜੀਵਨ ਸੰਤੋਖ ਬਣ ਗਿਆ। ਆਪਾਂ ਸੁਣਦੇ ਹਾਂ ਨਾ ਹਰ ਰੋਜ਼, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖੇ ਉਹਨ ਕਰ ਸੁਕਿਰਤ ਧਰਮ ਦੜਾਇਆ। ਉਹਨਾਂ ਨੇ ਸੰਸਾਰ ਵਾਲੇ ਪਾਸਿਓਂ ਮਨ ਨੂੰ ਮੋੜ ਲਿਆ। ਤੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਇੱਥੇ ਆਏ ਦਿੱਲੀ ਦੀ ਧਰਤੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਧਰਮ ਦੀ ਗੱਲ ਕੀਤੀ, ਜਨੇਊ ਦੀ ਗੱਲ ਕੀਤੀ ਤੇ ਚਾਰ ਚੀਜ਼ਾਂ ਦੀ ਗੱਲ ਕੀਤੀ ਨਾ ਜੀ। ਮੈਂ ਸੰਖੇਪ ਵਿੱਚ ਬੇਨਤੀ ਕਰਾਂ ਕਿਉਂਕਿ ਇਸ ਪੌੜੀ ਦੇ ਨਾਲ ਬੜਾ ਸੰਬੰਧ ਹੈ। ਇੱਥੇ ਗੱਲ ਸੰਤੋਖ ਦੀ ਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਜਨੇਊ ਦੀ ਗੱਲ ਕੀਤੀ ਨਾ, ਧਰਮ ਦੀ ਗੱਲ ਕੀਤੀ, ਤੇ ਕਿਹਾ ਇਹ ਜਨੇਊ ਲਈ ਚਾਰ ਚੀਜ਼ਾਂ ਚਾਹੀਦੀਆਂ, ਚਾਰ ਚੀਜ਼ਾਂ ਦਾ ਬਣਿਆ ਹੋਣਾ ਚਾਹੀਦਾ। ਉਹਦੇ ਵਿੱਚ ਦਇਆ ਦੀ ਗੱਲ ਕੀਤੀ, ਦਇਆ ਰੂਪੀ ਕਪਾਹ ਦੀ ਗੱਲ ਕੀਤੀ, ਸੰਤੋਖ ਦੀ ਗੱਲ ਕੀਤੀ, ਸੂਤ ਬਣੇ, ਗੰਢਾਂ ਦੀ ਗੱਲ ਕੀਤੀ, ਜੱਤ ਦੀਆਂ ਗੰਢਾਂ ਹੋਣ,
7 ਦਾ ਵੱਟ ਦਿੱਤਾ ਜਾਏ। ਤੇ ਫਿਰ ਕੀ ਹੋਏਗਾ? ਨਾ ਇਹ ਟੁੱਟੇ, ਨਾ ਮਲ ਲਾਗੇ, ਨਾ ਇਹ ਜਲੇ ਨਾ ਜਾਏ। ਕਹਿੰਦੇ ਆਹ ਜਨੇਊ ਪਾਉਣਾ ਆਤਮਾ ਨੂੰ, ਜਿਹੜਾ ਨਾ ਟੁੱਟਦਾ, ਨਾ ਮੈਲਾ ਹੁੰਦਾ, ਨਾ ਸੜਦਾ, ਨਾ ਖਤਮ ਹੀ ਹੁੰਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ, ਬੜੇ ਧਿਆਨ ਦੇ ਨਾਲ ਸੁਣਿਓ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਉਹ ਚਾਰੇ ਚੀਜ਼ਾਂ ਦਾ ਜਨੇਊ ਵੱਟ ਕੇ ਇਸ ਧਰਤੀ ਤੇ ਸਾਡੇ ਸਾਹਮਣੇ ਰੱਖ ਦਿੱਤਾ ਕਿ ਉਸ ਜਨੇਊ ਨੂੰ ਕਿਵੇਂ ਤਿਆਰ ਕਰਨਾ। ਦਇਆ ਕਪਾਹ, ਕਿਉਂਕਿ ਕਪਾਹ ਨੂੰ ਪ੍ਰਾਪਤ ਕਰਨ ਵਾਸਤੇ, ਤਿਆਰ ਕਰਨ ਵਾਸਤੇ ਬੜੀ ਮਿਹਨਤ ਦੀ ਲੋੜ ਹੈ। ਪਹਿਲੋਂ ਖੇਤ ਤਿਆਰ ਕਰਨਾ ਪਏਗਾ, ਉਹਦੇ 'ਚ ਬੀਜ ਵੀ ਪਾਉਣਾ ਪਏਗਾ, ਫਿਰ ਉਸ ਬੂਟੇ ਦੀ ਰਖਵਾਲੀ ਕਰਨੀ ਪਏਗੀ, ਫਿਰ ਜਾ ਕੇ ਕਪਾਹ ਤਿਆਰ ਹੁੰਦੀ ਆ। ਜਦੋਂ ਧਰਮ ਦਾ ਖਤਰਾ ਬਣਿਆ ਤੇ ਧਰਮ ਨੂੰ ਬਚਾਉਣ ਵਾਸਤੇ ਕਸ਼ਮੀਰ ਦੇ ਪੰਡਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਨੰਦਪੁਰ ਸਾਹਿਬ ਆਏ ਨਾ, ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਉਹਨਾਂ ਨੂੰ ਹਾਂ ਕਰਨੀ, ਮਾਨੋ ਇਸ ਜਨੇਊ ਨੂੰ, ਜਿਹੜਾ ਜਨੇਊ ਲਾਉਣ ਵਾਸਤੇ ਜ਼ੋਰ ਲੱਗਾ ਹੋਇਆ, ਜ਼ੋਰ ਲੱਗਾ ਹੋਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਜਨੇਊ ਨੂੰ ਬਚਾਉਣ ਵਾਸਤੇ ਅਸਲੀ ਜਨੇਊ ਦੀ ਕਪਾਹ ਤਿਆਰ ਕਰਤੀ। ਜਦੋਂ ਹਾਂ ਕਰਤੀ, ਇਹ ਦਇਆ ਦੀ ਕਪਾਹ ਸੀ। ਤੇ ਫਿਰ ਇਸ ਧਰਤੀ ਤੇ ਜਦੋਂ ਆਏ ਨਾ ਭਾਈ ਮਤੀ ਦਾਸ ਜੀ, ਜਿਨ੍ਹਾਂ ਨੂੰ ਆਰੇ ਦੇ ਨਾਲ ਚੀਰਿਆ ਗਿਆ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖੇ, ਉਹਨੂੰ ਕਰ ਸੁਕਿਰਤ ਧਰਮ ਦੌੜਾਇਆ। ਭਾਈ ਮਤੀ ਦਾਸ ਸਾਹਿਬ ਜੀ ਦੇ ਅੱਗੇ ਥੋੜੇ ਲਾਲਚ ਰੱਖੇ ਗਏ। ਸੰਤੋਖ ਦੀ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਰਦੇ, ਔਰ ਸੰਤੋਖ ਕੀ ਹੁੰਦਾ ਇਸ ਧਰਤੀ ਸਾਨੂੰ ਸੰਤੋਖ ਦੀ ਪਰਿਭਾਸ਼ਾ ਕਰਕੇ, ਅਰਥ ਕਰਕੇ ਦੱਸਦੀ ਹੈ। ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ ਤੇ ਕਹਿੰਦੇ ਭਾਈ ਮਤੀ ਦਾਸ ਜੀ ਨੇ ਸੰਤੋਖ ਕੀ ਹੁੰਦਾ, ਸੰਤੋਖ ਦਾ ਆਰੇ ਦੇ ਨਾਲ ਚਰਵਾ ਕੇ, ਇਸ ਆਰੇ ਦੇ ਚਰਖੇ ਤੇ ਨਾਲ ਆਪਣੇ ਸਰੀਰ ਨੂੰ ਚਰਵਾ ਕੇ ਸੰਤੋਖ ਦਾ ਸੂਤ ਤਿਆਰ ਕੀਤਾ। ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ। ਭਾਈ ਦਿਆਲਾ ਜੀ ਉਬਲਦੀ ਦੇਗ ਦੇ ਵਿੱਚ ਉਬਾਲੇ ਖਾਧੇ। 7 ਵੱਟ ਜਿਹੜੀ ਗੱਲ ਕਹੀ ਨਾ, ਜਤ ਗੰਢੀ, ਇਹ ਜਤ ਦੀਆਂ ਉਹ ਗੰਢੀਆਂ ਦੇ ਗੰਢਾਂ ਦੇ ਦਿੱਤੀਆਂ ਤੇ ਸੰਸਾਰ ਨੂੰ ਦੱਸ ਦਿੱਤਾ। ਸੰਸਾਰ ਨੂੰ ਨਹੀਂ ਦੱਸਿਆ, ਬਾਦਸ਼ਾਹ ਔਰੰਗਜ਼ੇਬ ਨੂੰ ਦੱਸ ਦਿੱਤਾ। ਬਾਦਸ਼ਾਹ ਔਰੰਗਜ਼ੇਬ ਗੁਰੂ ਦਾ ਸਿੱਖ, ਗੁਰੂ ਦੀ ਕਿਰਪਾ ਦੇ ਨਾਲ, ਜਿਹੜਾ ਗੁਰੂ ਨੇ ਦਇਆ ਦਾ ਰੂਪੀ ਕਪਾਹ ਤਿਆਰ ਕੀਤੀ ਹੈ, ਗੁਰੂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਨੇ ਉਸ ਕਪਾਹ ਦਾ ਆਰੇ ਨਾਲ ਚਰਵਾ ਕੇ ਸੂਤ ਤਿਆਰ ਕੀਤਾ। ਮੈਂ ਉਸ ਸੂਤ ਨੂੰ ਜੱਤ ਦੀਆਂ ਉਹ ਗੰਢਾਂ ਦੇ ਚੱਲਿਆ, ਤੇਰੀ ਇੱਕ ਕੁਲ ਕੀ ਤੇਰੀਆਂ ਸਾਰੀਆਂ ਕੁਲਾਂ ਜ਼ੋਰ ਲਾਉਂਦੀਆਂ ਰਹਿਣਗੀਆਂ। ਇਹ ਜਿਹੜੀਆਂ ਦਿੱਤੀਆਂ ਹੋਈਆਂ ਦੇਗ ਦੇ ਵਿੱਚ ਬਹਿ ਕੇ ਦਿੱਤੀਆਂ ਹੋਈਆਂ ਜੱਤ ਦੀਆਂ ਗੰਢਾਂ ਨੇ ਨਾ, ਇਹ ਕੋਈ ਖੋਲ ਨਹੀਂ ਸਕਦਾ, ਔਰ ਨਾ ਅੱਜ ਤੱਕ ਕੋਈ ਖੋਲ ਸਕਿਆ। 7 ਵੱਟ। ਤੇ ਭਾਈ ਸਤੀ ਦਾਸ ਜੀ ਨੇ, ਜਿਹਦਾ ਨਾਂ ਹੀ 7, ਉਹਨਾਂ ਨੇ ਜਿਸ ਦਇਆ ਰੂਪੀ ਕਪਾਹ ਦੇ ਨਾਲ ਸੂਤ ਤਿਆਰ ਹੋਇਆ, ਕਹਿੰਦੇ ਉਸ ਕਪਾਹ ਨੂੰ, ਰੂਹ ਨੂੰ ਹੀ ਆਪਣੇ ਸਰੀਰ ਤੇ ਵਲੇਟ ਕੇ ਅੱਗ ਵਿੱਚ ਸੜਵਾ ਲਿਆ ਤੇ ਦੱਸ ਦਿੱਤਾ, ਬਾਦਸ਼ਾਹ ਔਰੰਗਜ਼ੇਬ, ਗੁਰੂ ਨਾਨਕ ਦੇ ਘਰ ਦਾ ਆ ਜਨੇਊ ਆ, ਜਿਹਨੂੰ ਦੁਨੀਆ ਦੀ ਤਾਕਤ ਕਦੀ ਵੀ ਲਾ ਨਹੀਂ ਸਕਦੀ। ਜਿਨ੍ਹਾਂ ਨੇ ਇਹ ਪਾ ਲਿਆ ਉਹਨਾਂ ਦਾ ਕੋਈ ਲਾ ਨਹੀਂ ਸਕਿਆ। ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ, 7 ਵੱਤ। ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਘੱਤ,
ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ। ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾਏ। ਜਿਨ੍ਹਾਂ ਨੇ ਇਹ ਪਾ ਲਿਆ ਤੇ ਇਸ ਦਿੱਲੀ ਦੀ ਧਰਤੀ ਨੇ ਇਸ ਗੱਲ ਦੇ ਅਰਥ ਕਰ ਦਿੱਤੇ। ਸਾਹਿਬ ਜੀ ਕਹਿੰਦੇ ਨੇ ਉਹਨਾਂ ਦੇ ਜੀਵਨ ਵਿੱਚ ਸਦਾ ਸੰਤੋਖ ਬਣਿਆ ਰਹਿੰਦਾ, ਜਿਹੜੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਕੇ ਜੀਵਨ ਜਿਉਂਦੇ ਨੇ। ਮਨ ਤਨ ਸੀਤਲ ਸ਼ਾਂਤ ਸਹਿਜ ਲਾਗਾ, ਪ੍ਰਭ ਕੀ ਸੇਵ। ਉਹ ਸੁਕਿਰਤ ਜਿਹੜੀ ਚੰਗੀ ਕਿਰਤ ਹੈ ਜੀਵਨ ਦੀ, ਉਹਦੇ ਵਿੱਚ ਲੱਗ ਜਾਂਦੇ ਨੇ। ਟੂਟੇ ਬੰਧਨ ਬਹੁ ਵਿਕਾਰ, ਸਫਲ ਪੂਰਨਤਾ ਕੇ ਕਾਮ। ਉਹਨਾਂ ਦੇ ਵਿਕਾਰਾਂ ਦੇ ਸਾਰੇ ਬੰਧਨ ਕੱਟੇ ਗਏ, ਉਹਨਾਂ ਦੇ ਜੀਵਨ ਦਾ ਕਾਰਜ ਸਫਲ ਹੋ ਗਿਆ। ਜਿਸ ਵਾਸਤੇ ਇਹ ਜੀਵਨ ਮਿਲਿਆ ਸੀ, ਗੋਬਿੰਦ ਮਿਲ ਕੀ ਇਹ ਤੇਰੀ ਬਰੀਆ। ਦੁਰਮਤ ਮਿਟੀ ਹਉਮੈ ਛੁੱਟੀ, ਸਿਮਰਤ ਹਰ ਕੋ ਨਾਮ। ਪਰਮਾਤਮਾ ਦਾ ਨਾਮ ਜਪਣ ਦੇ ਨਾਲ ਮਾੜੀ ਮੱਤ ਦਾ ਵਿਨਾਸ਼ ਹੁੰਦਾ, ਸ਼ੁਭ ਮੱਤ ਦੀ ਪ੍ਰਾਪਤੀ ਹੁੰਦੀ ਆ। ਸ਼ਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾਗਮਨ। ਵਾਹਿਗੁਰੂ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਣ ਦੇ ਨਾਲ ਆਉਣ ਜਾਣ ਦਾ, ਜੰਮਣ ਤੇ ਮਰਨ ਦਾ ਗੇੜ ਖਤਮ ਹੋ ਗਿਆ। ਆਪ ਤਰਿਆ ਕਟੰਬ ਸਿਓ ਗੋਲੋਂ ਗੋਬਿੰਦ ਪ੍ਰਭ। ਰਮਨ ਕਹਿੰਦੇ ਆਪ ਵੀ ਤਰਿਆ ਤੇ ਜਿਹੜੇ ਉਹਨਾਂ ਦੇ ਨਾਲ ਆਏ ਉਹਨਾਂ ਨੂੰ ਵੀ ਉਹਨਾਂ ਨੇ ਤਾਰਨ ਦਾ ਰਸਤਾ ਦੱਸ ਦਿੱਤਾ। ਜਿਹੜੇ ਆਪ ਜਪਦੇ ਨੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕਾ ਇਹ ਸਵਾਉ, ਜਾਣ ਕੇ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਸਾਰੇ ਆਖੋ ਆਪ ਮੁਕਤ ਮੁਕਤ ਕਰੇ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਟਹਿਲ ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਗੁਰ ਪੂਰੇ ਤੇ ਪਾਇਆ ਨਾਨਕ, ਸੁਖ ਬਿਸਰਾਮ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੂਰੇ ਗੁਰੂ ਦੇ ਕੋਲੋਂ ਜੀਵਨ ਦਾ ਸਦਾ ਟਿਕਿਆ ਰਹਿਣ ਵਾਲਾ ਸੁਖ, ਜਿਸ ਸੁਖ ਦੇ ਮਗਰ ਕੋਈ ਦੁੱਖ ਨਹੀਂ, ਗੁਰੂ ਦੀ ਸਿੱਖਿਆ ਦੇ ਨਾਲ, ਗੁਰੂ ਦੇ ਬਚਨਾਂ ਤੇ ਚੱਲ ਕੇ ਜੀਵਨ ਦਾ ਪ੍ਰਾਪਤ ਹੁੰਦਾ। ਫਿਰ ਉਹ ਮੰਜ਼ਿਲ ਮਿਲ ਜਾਂਦੀ ਹੈ ਜਿੱਥੇ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋਤੀ ਜੋਤ ਰਲੀ ਸੰਪੂਰਨ ਜੀਆ ਰਾਮ। ਵਿਚਾਰਾਂ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ। ਸਮੁੱਚੇ ਪ੍ਰਬੰਧ ਦਾ ਧੰਨਵਾਦ। ਬਹੁਤ ਉਪਮਾ ਥੋੜ ਕਹੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।